हे गुरु सतनाम बेशुमार अथः अगंत अतुल ज्यों बुलावो त्यों नानक दास बोलै। इक मन पुरख ध्याए बरदाता संत सहार सदा विख्याता। तास चरण लै हृदय बसावो तो परम गुरु नानक गुण गावो। ज्ञान ध्यान किश कर्म न जाना सार न जाना तेरी। सब ते वड्डा सतगुर नानक जिन कल राखी मेरी। मैं मूरख की केतक बात है कोट पराधी तरिया रे। गुर नानक जिन सुनिया पेखिया से फिर गर्भास ना परिया रे। सो कहो टल गुर सेविया अहनस सहज सुभाए। दर्शन परस्या गुरु का जन्म मरण दुख जाय। दर्शन परस्या गुरु का जन्म मरण दुख जाए। सतनाम। श्री वाहिगुरु साहिब जी। सोरठ महला पंजवा। ठाड़ पाई करतारी ताप छोड़ गया परवारी। गुरपुरा है राखी सारन सच्चे की ताकी। ठाड़ पाई करतारे ताप छोड़ गया परवारे। गुरपुरा है राखी सारना सच्चे की ताकी। परमेश्वर आप हुआ रखवाला सात सहज सुख खिन मह उपजे। मन हुआ सदा सुखाला रहाओ
ਹਰ ਹਰ ਨਾਮ ਦਿਓ ਦਾਰੂ, ਤਿਨ ਸਗਲਾ ਰੋਗ ਬਿਦਾਰੂ। ਆਪਣੀ ਕਿਰਪਾ ਧਾਰੀ, ਤਿਨ ਸਗਲੀ ਬਾਤ ਸਵਾਰੀ। ਪ੍ਰਭੂ ਆਪਣਾ ਬਿਰਦ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਗੁਰ ਕਾ ਸ਼ਬਦ ਭਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ। ਸਤਿਗੁਰਾਂ ਦੀ ਕਿਰਪਾ ਦੁਆਰਾ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 622 ਅਤੇ 23 ਤੇ ਸੁਭਾਏਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਵਿਚਾਰ ਗੁਰੂ ਕਿਰਪਾ ਦੁਆਰਾ ਇਸ ਪਾਵਨ ਸ਼ਬਦ ਦੀ ਆਪਾਂ ਸਾਰਿਆਂ ਨੇ ਮਿਲ ਕੇ ਸਾਂਝੀ ਕਰਨੀ। ਜਿੱਥੇ ਅੱਜ
ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ, ਉੱਥੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਆਗਮਨ ਪੁਰਬ ਹੈ। ਸਤਿਗੁਰਾਂ ਦੇ ਜੀਵਨ ਸੰਬੰਧੀ ਵੀ ਆਪਾਂ ਵਿਚਾਰਾ ਕਰਨੀਆਂ ਨੇ। ਆਓ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਹੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਚਰਨਾਂ ਦੇ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਿਗੁਰਾਂ ਦੀ ਪਾਵਨ ਬਾਣੀ ਦਾ ਕਥਨ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਣੀਆਂ ਬਜ਼ੁਰਗਾਂ ਦੀਆਂ ਕਹਾਣੀਆਂ, ਇਤਿਹਾਸ ਸਾਨੂੰ ਪੁੱਤਰਾਂ ਤੋਂ ਸਪੁੱਤਰ ਬਣਾਉਂਦਾ ਹੈ। ਜਿੰਨੇ ਵੀ ਗੁਰਪੁਰਬ, ਆਗਮਨ ਪੁਰਬ, ਗੁਰਿਆਈ ਪੁਰਬ ਜਾਂ ਜੋਤੀ ਜੋਤ ਸਮਾਨ ਦੇ ਪੁਰਬ ਜਾਂ ਭਗਤ ਜਨਾਂ ਦੇ ਦਿਹਾੜੇ, ਸ਼ਹੀਦਾਂ ਦੇ ਦਿਹਾੜੇ, ਜੋੜ ਮੇਲੇ ਆਪਾਂ ਜਿਹੜੇ ਇਹ ਮਨਾਉਂਦੇ ਹਾਂ, ਇਸ ਦਾ ਭਾਵ ਇਹ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਅਸੀਂ ਪੁੱਤਰਾਂ ਤੋਂ ਸਪੁੱਤਰ ਬਣਨ ਦਾ ਜਿਹੜਾ ਹੈ ਨਾ, ਉਹ ਯਤਨ ਕਰਨਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਆਗਮਨ ਹੋਇਆ, ਦੋ ਅੱਖਰ ਆਪਾਂ ਕਈ ਦਿਨਾਂ ਤੋਂ ਰਾਗੀ ਸਿੰਘਾਂ ਪਾਸੋਂ ਸਰਵਨ ਕਰ ਰਹੇ ਹਾਂ। ਪ੍ਰਭਾਤ ਫੇਰੀਆਂ ਵੀ ਨਿਕਲੀਆਂ ਨੇ, ਨਗਰ ਕੀਰਤਨ ਵੀ ਨਿਕਲਿਆ ਤੇ ਬਾਰ-ਬਾਰ ਇਹ ਬਚਨ ਦੁਹਰਾਏ ਗਏ ਨੇ ਭਾਈ ਗੁਰਦਾਸ ਜੀ ਦੇ, ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। या मिटे धुंध जग चानन होवा। पुकार शब्द ते धुंध शब्द जिहड़ा है इनू ध्यान विच रखना है। धुंध किहड़ी है? किसी इतिहासकार दे बचन नहीं, बल्कि सतगुरां दी पावन बारी दे बचन ने, भाई गुरदास जी दे बचन ने कि उस वेले धुंध किहड़ी सी ते पुकार किन्ने कीती, किवें कीती, क्यों कीती। सतगुरां ने भी पावन बारी दे अंदर बार बार ये गल दोहराई है, भई गिलान जगत विच
चार वर्ण आश्रम उपाए, 10 नाम सन्यासियां जोगी 12 पंथ चलाए। जंगम अते सरेवड़े दगे दिगंबर वाद कराए। ब्रह्मन बहु प्रकार कर, शास्त्र वेद पुराण लड़ाए। खड़ दर्शन बहु वैर कर, नाल 36 पखंड रलाए। तंत मंत्र रासायना, करा मात कालख लपटाए। इकस ते बहु रूप, कलयुग अंदर भरम भुलाए। कलयुग अंदर भरम भुलाए। फिर भाई साहब जी दे बचन हन। भाई साहब आखदे ने चार वर्ण, चार मजहबा जग विच हिंदू मुसलमाने खुदी बखीली तकबरी खिंचो तान करैन तगाने। नारी आखदे ने गंग बनारस हिंदुआ, मक्का काबा मुसलमाने। सुन्नत मुसलमान दी, तिलक जंजो हिंदू लोभारे। वेद कतेप बुलाए कै, मोहे लालच दुनी शताने। फिर आखदे ने राम रहीम कहाएं दे, एक नाम दोए राह भुलाने। सच किनारे रह गया, खै मरदे बामन मौलाने। सिरों न मिटै आवन जाने। ये सी उस वेले धुंध, केड़ी कल काती राजे कसाई। धर्म पंकर उडरिया, कूड़ अमावस सच चंद्रमा। देसे नाही कह चढ़िया, हौ भाल विकुन्नी होई। अंधेरे राहो न कोई, विच हौ में कर दुख रोई। कहो नानक किन बिद गत होई। क्योंकि जिन्हां ने इस अज्ञानता की धुंध नूं मिटाना सी, दूर करना सी, वो आप उजाड़े का कारण बन गए। आप जी ये बचन बाबा नानक जी दे बहुत वारी सरवण कर दिओ। कादी कूड़ बोल मल खाए, ब्रह्मन नावै जियां घाए। जोगी जुगत न जाने अंध, तीने उजाड़े का बंद। क्योंकि शर्म धर्म दोए नानका, ये दोवें ही छप खलोए। कूड़ फिरे प्रधान वे लालो, काजियां बामना की गल थकी। अगद पड़े शैतान वे लालो। शर्म धर्म का डेरा दूर, नानक कूड़ रहया भरपूर। सतगुरु गुरु नानक पातशाह जी, मैं फिर बेनती करा, धर्मां दे विच गिनती वधान वास्ते सिख धर्म नहीं बनाया। क्योंकि फाउंडर गुरु ने सतगुरु महाराज सच्चे पातशाह, साडे पहले गुरु ने, सतगुरां ने वेख्या इंसान इंसान नहीं रहा, बंदा बंदा नहीं रहा। ते गुरु पातशाह जी ने केवल ते केवल बंदे नूं बंदा बनाने वास्ते सारे जतन अकाल पुरख की कृपा नाल अपने जीवन दे अंदर आरंभे। ते जेड़े बचन भाई साहब आखदे न पुकार, पुकार केड़ी सी? मैं एक विद्वान दे बचन सुन रहा सी, पुकार सानू बाणी दे विचों मिल जाएगी। जदों आपां होक सुनदे हन अंदर दी दर्द भगत नामदेव जी दा, ते भगत नामदेव जी अंदरों साध संगत
ਰੱਬ ਦੇ ਨਾਲ ਜੁੜ ਕੇ ਭਿੱਜ ਕੇ ਕੀ ਆਖਦੇ ਨੇ, ਹਸਤ ਖੇਲਤ ਤੇਰੇ ਦਿਓਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕੰਬਲੀ ਚਲਿਓ ਪਲਟਾਏ, ਦਿਓਹਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਓਹਰਾ ਫਿਰੈ। ਐਸੀਆਂ ਉਦਾਹਰਨਾਂ ਸਾਨੂੰ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਵਿੱਚੋਂ, ਭਗਤ ਜਨਾਂ ਦੀ ਬਾਣੀ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਹੁਤ ਸਾਰੀਆਂ ਮਿਲ ਜਾਣਗੀਆਂ। ਜਦੋਂ ਪੁਕਾਰ ਧਰਮ ਨੇ ਕੀਤੀ, ਲੁਕਾਈ ਨੇ ਕੀਤੀ, ਦੁਖੀਆਂ ਨੇ ਕੀਤੀ, ਵਿਕਾਰਾਂ ਦੇ ਵਿੱਚ ਸੜਦੀ ਹੋਈ ਧਰਤੀ ਨੇ ਕੀਤੀ, ਉਸ ਵੇਲੇ ਅਕਾਲ ਪੁਰਖ ਤਰੁੱਠਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਸ ਮਾਤ ਲੋਕ ਦੇ ਅੰਦਰ ਭੇਜਿਆ, ਕਿਉਂਕਿ ਗੁਰਮੁਖ ਸੱਦੇ ਜਾਨ ਆਵਨ ਘੱਲਿਆ। ਗੁਰਮੁਖਾਂ ਨੂੰ ਵਾਹਿਗੁਰੂ ਪਰਮਾਤਮਾ ਆਪ ਭੇਜਦਾ ਹੈ, ਆਪ ਉਹਨਾਂ ਦੀ ਡਿਊਟੀ ਲਾਉਂਦਾ ਹੈ। ਤੇ ਇੱਕ ਗੱਲ ਆਪਾਂ ਬਹੁਤ ਵਾਰੀ ਪੜ੍ਹਦੇ ਆ, ਸੰਤ ਰੱਬ ਦੇ ਪਿਆਰੇ ਗੁਰੂ ਸਾਹਿਬਾਨ ਸਾਧ ਸੰਗਤ ਜੂਨੀ ਭੋਗਣ ਵਾਸਤੇ ਨਹੀਂ ਆਉਂਦੇ, ਕਿਉਂਕਿ ਉਹਨਾਂ ਬਾਰੇ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਪਾਤਸ਼ਾਹ ਜੀ ਆਖਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਬਸ ਆ ਮਕਸਦ ਹੈ ਰੱਬ ਦੇ ਪਿਆਰਿਆਂ ਦਾ ਆਉਣ ਦਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਠਾਇਆ, ਸਤਿਗੁਰੂ ਮਹਾਰਾਜ ਨੂੰ ਘੱਲਿਆ। ਵਾਹਿਗੁਰੂ ਪਰਮਾਤਮਾ ਨੇ ਸਾਧ ਸੰਗਤ ਆਪਣੀ ਕਿਰਪਾ, ਆਪਣੀ ਬਖਸ਼ਿਸ਼ ਦੇ ਕੇ। ਤੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ, ਬਾਬਾ ਨਾਨਕ ਦੇਵ ਜੀ ਜਨਮ ਤੋਂ ਹੀ ਗੁਰੂ ਹਨ। ਬਾਕੀ ਗੁਰੂ ਸਾਹਿਬਾਨ ਦਾ ਆਪਾਂ ਇਤਿਹਾਸ ਪੜ੍ਹੀਏ, ਗੁਰੂ ਅੰਗਦ ਦੇਵ ਜੀ ਮਹਾਰਾਜ ਪਹਿਲਾਂ ਸਿੱਖ ਫਿਰ ਗੁਰੂ, ਗੁਰੂ ਅਮਰਦਾਸ ਪਾਤਸ਼ਾਹ ਜੀ ਪਹਿਲਾਂ ਸਿੱਖ ਫਿਰ ਗੁਰੂ। ਤੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਸਰੀਰ ਕਰਕੇ ਬਾਬਾ ਨਾਨਕ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਇੱਕੋ ਟਾਈਮ ਸਰੀਰ ਕਰਕੇ ਹਾਜ਼ਰ ਨੇ। ਪਰ ਸਾਧ ਸੰਗਤ ਬਾਬਾ ਨਾਨਕ ਜਨਮ ਤੋਂ ਹੀ ਗੁਰੂ ਹਨ। ਤੇ ਖਿਆਲ ਕਰਿਓ, ਕੇਵਲ ਉਹਨਾਂ ਨੇ ਮਾਤਾ ਤ੍ਰਿਪਤਾ ਜੀ ਨੂੰ ਤ੍ਰਿਪਤ ਨਹੀਂ ਕੀਤਾ। ਅੱਜ ਦੇ ਦਿਨ ਬਾਬਾ ਕਾਲੂ ਜੀ ਦੇ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਜਨਮ ਲੈਂਦੇ ਨੇ, ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਉਹਨਾਂ ਦਾ ਆਗਮਨ ਹੁੰਦਾ ਹੈ। ਤੇ ਸਾਧ ਸੰਗਤ, ਜਿੱਥੇ ਮਾਤਾ ਤ੍ਰਿਪਤਾ ਜੀ ਆਪ ਤ੍ਰਿਪਤ ਨੇ, ਆ ਹੁਣੇ ਗੁਰੂ ਕੇ ਸਿੱਖ ਕੀਰਤਨੀ ਸਾਨੂੰ ਇਹ ਗੱਲ ਸਮਝਾ ਕੇ ਗਏ ਨੇ। ਇਹ ਵੱਖਰੀ ਗੱਲ ਕਿ ਤ੍ਰਿਪਤਾ ਜੀ ਮਾਤਾ ਜੀ ਉੱਤੇ, ਬਾਬਾ ਕਾਲੂ ਜੀ ਉੱਤੇ ਸਾਧ ਸੰਗਤ ਸਮਾਂ ਪਾ ਕੇ ਕਿਰਪਾ ਹੋਈ, ਸਮਾਂ ਪਾ ਕੇ ਉਹਨਾਂ ਉੱਤੇ ਰਹਿਮਤ ਹੋਈ। ਪਰ ਗੁਰਬਾਣੀ ਗੁਰੂ ਦੇ ਬਚਨ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਨਿਆ ਮਾਏ। ਤਲਵੰਡੀ ਹੈ, ਪਰ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਨਾਲ, ਉਹਨਾਂ ਦੇ ਜਨਮ ਦੇ ਨਾਲ ਇਹ ਤਲਵੰਡੀ
ਤਲਵੰਡੀ ਨਹੀਂ ਰਹੀ ਬਲਕਿ ਨਨਕਾਣਾ ਸਾਹਿਬ ਬਣ ਗਈ। ਫਿਰ ਧਿਆਨ ਦੇਵਿਓ, ਦਾਈ ਦੀ ਗੱਲ ਆਪਾਂ ਦੌਲਤਾਂ ਦੀ ਪੜ੍ਹਦੇ ਹਾਂ। ਦਾਈ ਦੌਲਤਾਂ ਇੱਕ ਮੁਸਲਮਾਨ ਔਰਤ ਹੈ ਜਿਹੜੀ ਜਨਮ ਸਮੇਂ ਆਈ ਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਧ ਸੰਗਤ ਇਸ ਮਾਤ ਲੋਕ ਦੇ ਅੰਦਰ ਪਧਾਰੇ ਆਏ, ਰੋਏ ਨਹੀਂ। ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਰੋਏ ਕਿਉਂ ਨਹੀਂ? ਕਿਉਂਕਿ ਸਾਧ ਸੰਗਤ ਆਮ ਤੌਰ ਤੇ ਜਦੋਂ ਬੱਚਾ ਰੋਂਦਾ ਹੈ ਤੇ ਬਾਕੀ ਪਰਿਵਾਰ ਦੇ ਜੀਅ ਵਧਾਈਆਂ ਦਿੰਦੇ ਨੇ, ਪਤਾ ਲੱਗ ਜਾਂਦਾ ਹੈ ਬੱਚਾ ਆਇਆ ਅਰੋਗ ਹੈ। ਪਰ ਜੇ ਨਾ ਰੋਵੇ, ਡਾਕਟਰ ਨੂੰ ਦਾਈ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਪਰ ਇਹ ਦਾਈ ਨੂੰ ਜਦੋਂ ਹਰਦਿਆਲ ਪੰਡਤ ਨੇ ਪੁੱਛਿਆ, ਆਖਿਆ ਦੱਸ ਜਦੋਂ ਜਨਮ ਹੋਇਆ ਉਸ ਵੇਲੇ ਕੀ ਸਾਰੇ ਹਾਲਾਤ ਸਨ? ਤੇ ਦਾਈ ਨੇ ਇੱਕ ਗੱਲ ਕਹੀ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਏ ਇਹ ਰੋਏ ਨਹੀਂ, ਪਰ ਨਾਲ ਹੀ ਕਿਹਾ ਮੁਸਕਰਾਏ। ਤੇ ਇਹਨਾਂ ਦੇ ਕੋਲੋਂ ਮੈਨੂੰ ਇੱਕ ਸੰਗੀਤਕ ਆਵਾਜ਼ ਨਜ਼ਰ ਆਈ, ਸੰਗੀਤ ਮੇਰੇ ਕੰਨਾਂ ਦੇ ਵਿੱਚ ਪਿਆ। ਠੀਕ ਹੈ ਮੈਂ ਦੌਲਤਾ ਹਾਂ, ਪਰ ਦੌਲਤ ਦੇ ਦਰਸ਼ਨ ਸਾਰੀ ਜ਼ਿੰਦਗੀ ਨਹੀਂ ਕੀਤੇ। ਪਰ ਜਦੋਂ ਬਾਬਾ ਨਾਨਕ ਨੇ ਮੇਰੇ ਕੰਨਾਂ ਦੇ ਵਿੱਚ ਆਵਾਜ਼ ਆਪਣੀ ਕਿਰਪਾ ਦੀ, ਵਾਹਿਗੁਰੂ ਪਰਮਾਤਮਾ ਦੀ ਉਸਤਤ ਦੀ ਪਾਈ, ਤੇ ਕਹਿੰਦੀ ਮੇਰੀਆਂ ਕੁੱਲਾਂ ਦੀ ਜਿਹੜੀ ਨਾ ਭੁੱਖ ਦੂਰ ਹੋ ਗਈ। ਕਿਉਂਕਿ ਤਾਂ ਹੀ ਬਾਬਾ ਕਾਲੂ ਜੀ ਜਦੋਂ ਵਧਾਈ ਦੇਣ ਵਾਸਤੇ ਬਾਅਦ ਖੜੇ ਹੋਏ ਨੇ ਦੌਲਤ ਦਾ ਥਾਲ ਲੈ ਕੇ, ਤੇ ਉਸ ਵੇਲੇ ਦੌਲਤਾਂ ਜਿਹੜੀ ਇਸ ਸਮੇਂ ਦੀ ਉਡੀਕ ਕਰਦੀ ਹੋਈ ਮੂੰਹੋਂ ਮੰਗਦੀ ਸੀ, ਉਹਨੇ ਅੱਜ ਕੁਝ ਮੰਗਿਆ ਨਹੀਂ। ਮਸਤਾਨੀ ਚਾਲ ਦੇ ਵਿੱਚ ਸਾਧ ਸੰਗਤ ਦੌਲਤ ਦੁਨਿਆਵੀ ਵੱਲ ਧਿਆਨ ਨਹੀਂ ਦਿੱਤਾ, ਤੇ ਬਾਬਾ ਕਾਲੂ ਜੀ ਨੇ ਸਮਝਿਆ ਕਿ ਜਿਹੜੀ ਦੌਲਤ ਮੈਂ ਦੇਣਾ ਚਾਹੁੰਦਾ ਹਾਂ ਹੋ ਸਕਦਾ ਹੈ ਥੋੜੀ ਹੋਵੇ, ਤਾਂ ਕਰਕੇ ਦੌਲਤਾਂ ਜਿਹੜੀ ਹੈ ਥਾਲ ਵੱਲ ਨਹੀਂ ਵੇਖ ਲਈ। ਪਰ ਉਸ ਵੇਲੇ ਫਿਰ ਆਖਿਆ ਜੇ ਥੋੜੀ ਏ ਤੇ ਹੋਰ ਦੇ ਦੇਣਾ, ਪਰ ਮੇਰੇ ਘਰੋਂ ਨਾਰਾਜ਼ ਨਹੀਂ ਜਾਣਾ। ਕਹਿਣ ਲੱਗੀ ਰਹਿਣ ਦੇ ਕਾਲੂ, ਅੱਜ ਮੈਨੂੰ ਦੌਲਤ ਮਿਲ ਗਈ ਹੈ। ਕਹਿਣ ਲੱਗਾ ਮੇਰੇ ਘਰ ਦੇ ਅੰਦਰ ਦੇਣ ਵਾਲਾ ਕੌਣ? ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਦੇ ਰੂਪ ਵਿੱਚ ਆਇਆ ਹੈ ਨਾ, ਉਹਨੇ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਸੱਚੀ ਦੌਲਤ ਜਿਹੜੀ ਨਾ ਉਹ ਪ੍ਰਦਾਨ ਕਰ ਦਿੱਤੀ ਹੈ। ਧਿਆਨ ਦੇਵਿਓ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਜੀ ਹੁਣ ਜੀਵਨ ਦੇ ਅੰਦਰ ਅੱਗੇ ਵਧਣ ਲੱਗੇ ਨੇ। ਆਪਾਂ ਕਈ ਵਾਰੀ ਇਹ ਪੜ੍ਹਦੇ ਆ, 3 ਉਸਤਾਦ ਉਹਨਾਂ ਦੇ ਜੀਵਨ ਵਿੱਚ ਆਏ, ਗੋਪਾਲ ਪਾਦਾ, ਬ੍ਰਿਜ ਪੰਡਤ ਬ੍ਰਿਜ ਲਾਲ ਜਿਹੜਾ ਹੈ, ਤੇ ਕੁਤਬਦੀਨ ਮੌਲਵੀ। ਇਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਦੁਨਿਆਵੀ ਪੜ੍ਹਾਈ ਆਪਣੇ ਵੱਲੋਂ ਪੜ੍ਹਾਈ ਹੈ। ਇਹ ਧਿਆਨ ਰੱਖਿਓ, ਜਿਹੜੇ ਕਹਿੰਦੇ ਨੇ ਨਾ ਬਾਬਾ ਨਾਨਕ ਜੀ ਨੂੰ ਪੜ੍ਹਾਈ ਦੀ ਲੋੜ ਨਹੀਂ ਸੀ ਜਾਂ ਉਹ ਪੜ੍ਹੇ ਨਹੀਂ, ਬੇਨਤੀ ਕਰਾਂ ਸਾਧ ਸੰਗਤ, ਜਦੋਂ ਬਾਬਾ ਨਾਨਕ ਦੀ ਆਪਾਂ ਬਾਣੀ ਪੜ੍ਹਦੇ ਆ, ਖਾਸ ਤੌਰ ਤੇ ਆਸਾ ਰਾਗ ਦੇ ਅੰਦਰ ਪੱਟੀ ਜਾਂ ਬਾਕੀ 19 ਰਾਗਾਂ ਦੇ ਅੰਦਰ ਬਾਣੀ, ਤੇ ਸਤਿਗੁਰੂ ਮਹਾਰਾਜ ਵੱਖਰੇ ਵੱਖਰੇ ਧਰਮਾਂ ਦੇ ਬਾਰੇ ਜਦੋਂ ਆਪਣੇ ਖਿਆਲ ਪ੍ਰਗਟ ਕਰਦੇ ਨੇ, ਖਾਸ ਤੌਰ ਤੇ ਜਪ ਬਾਣੀ ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਜਿਹੜੇ ਖਿਆਲ ਦਿੱਤੇ ਨੇ ਨਾ, ਇਉਂ ਲੱਗਦਾ ਹੈ ਬਾਬਾ ਨਾਨਕ ਜੀ ਨੇ ਬਾਕੀ ਧਰਮਾਂ ਦਾ ਵੀ ਅਧਿਐਨ ਕੀਤਾ, ਤੇ ਸਾਧ ਸੰਗਤ ਹਰ ਤਰ੍ਹਾਂ ਦੀ ਪੜ੍ਹਾਈ ਆਪਣੇ ਜੀਵਨ ਦੇ ਅੰਦਰ ਪੜ੍ਹੀ। ਪਰ ਇਹ ਵੱਖਰੀ ਗੱਲ ਹੈ ਕਿ ਉਸਤਾਦ ਜਿੱਥੇ ਖੜੇ ਹੋਏ ਸੀ ਉਹਨਾਂ ਨੂੰ ਅੱਗੇ ਤੋਰਿਆ ਤੇ ਆਖਿਆ ਕੇਵਲ ਦੁਨਿਆਵੀ ਅੱਖਰ ਪੜ੍ਹਨੇ ਨਹੀਂ, ਬਲਕਿ ਇਹਨਾਂ ਨੂੰ ਪੜ੍ਹ ਕੇ ਪਰ ਉਪਕਾਰ ਦੀ ਭਾਵਨਾ ਜਿਹੜੀ ਨਾ ਉਹ ਸਾਡੇ ਅੰਦਰ ਬਣ ਜਾਣੀ ਚਾਹੀਦੀ ਹੈ। ਮੈਂ ਅੱਜ ਬੇਨਤੀ ਕਰਾਂਗਾ, ਸਤਿਗੁਰੂ ਮਹਾਰਾਜ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆ ਜਿੰਨੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ, ਇਹਨਾਂ ਦੇ ਅੰਦਰ ਮੈਂ ਬੇਨਤੀ ਕਰਾਂ ਜਿਹੜੇ ਮਾੜੇ ਕੰਮ ਕੀਤੇ ਜਾਂਦੇ ਨੇ ਜਾਂ ਮਾੜੇ ਕੰਮਾਂ ਦੀ ਆਰੰਭਤਾ ਹੁੰਦੀ ਏ, ਉਹਨਾਂ ਨੂੰ ਠੱਲ ਪੈ ਸਕਦੀ ਏ ਜੇ ਬਾਬਾ ਨਾਨਕ ਜੀ ਦੇ ਇਹ ਬਚਨ ਅਸੀਂ ਆਪਣੇ ਧਿਆਨ ਦੇ ਅੰਦਰ ਰੱਖੀਏ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਾਲੀ ਗੱਲ, ਕਿਉਂਕਿ ਵਿਦਿਆ ਉਹ ਹੈ ਜਿਹੜੀ ਆਪ ਨੂੰ ਵੀ ਲਾਭ ਪਹੁੰਚਾਏ,
ਤੇ ਦੂਜਿਆਂ ਨੂੰ ਵੀ ਲਾਭ ਪਹੁੰਚਾਏ। ਪਰ ਜਦੋਂ ਅੱਜ ਇਹ ਸੁਣਦੇ ਹਾਂ ਸਕੂਲਾਂ ਦੇ ਅੰਦਰ ਸਾਧ ਸੰਗਤ ਬੱਚੇ ਨਸ਼ਿਆਂ ਦੇ ਅੰਦਰ ਫਸ ਗਏ, ਸਕੂਲਾਂ ਯੂਨੀਵਰਸਿਟੀਆਂ ਦੇ ਅੰਦਰ ਕਾਲਜਾਂ ਦੇ ਅੰਦਰ ਜਾ ਕੇ ਕੇਸਾਂ ਦੀ ਬੇਅਦਬੀ ਉਹਨਾਂ ਕਰਨੀ ਸਿੱਖ ਲਈ। ਕਾਰਨ ਆਪ ਜੀ ਸਮਝ ਲਿਓ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਾਲੀ ਜਿਹੜੀ ਗੱਲ ਹੈ ਨਾ, ਇਹਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ। ਬਾਬਾ ਨਾਨਕ ਨੇ ਉਸਤਾਦਾਂ ਨੂੰ ਇਹ ਗੱਲ ਕਹੀ ਕਿ ਇਸ ਤੋਂ ਅੱਗੇ ਵੀ ਸਾਨੂੰ ਵਧਣਾ ਚਾਹੀਦਾ ਹੈ। ਉਹ ਲੇਖਾ, ਉਹ ਪੜ੍ਹਾਈ ਆਪਣੇ ਜੀਵਨ ਦੇ ਅੰਦਰ ਕਰਨੀ ਚਾਹੀਦੀ ਹੈ, ਜਿਸ ਦੇ ਕਰਨ ਨਾਲ ਕੇਵਲ ਇਥੋਂ ਦਾ ਲੇਖਾ ਜੋਖਾ ਨਾ ਆਵੇ, ਬਲਕਿ ਦਰਗਾਹ ਦੇ ਅੰਦਰ ਵੀ ਜਦੋਂ ਲੇਖਾ ਮੰਗਿਆ ਜਾਵੇ ਨਾ, ਤਾਂ ਉਸ ਵੇਲੇ ਵਾਹਿਗੁਰੂ ਦੀ ਕਿਰਪਾ ਸਾਡੇ ਉੱਤੇ ਜਿਹੜੀ ਨਾ ਉਹ ਹੋ ਜਾਵੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸੁਰਖਰੂ ਹੋ ਜਾਈਏ। ਮੈਂ ਬੇਨਤੀ ਕਰ ਰਿਹਾ ਸਾਧ ਸੰਗਤ, ਉਸਤਾਦਾਂ ਨੇ ਪੜ੍ਹਾਈ ਤੇ ਫਿਰ ਇਸ ਹੀ ਨਗਰੀ ਦੇ ਅੰਦਰ ਜੇ ਪਹਿਚਾਨਿਆ ਸਭ ਤੋਂ ਪਹਿਲਾਂ ਵੱਡੀ ਭੈਣ ਨੇ। ਆਮ ਤੌਰ ਤੇ ਅਸੀਂ ਇਹ ਆਖਦੇ ਹਾਂ, ਪੜ੍ਹਦੇ ਆ ਕਿ ਨਾਨਕ ਨਾਮ ਜਦੋਂ ਹਰਦਿਆਲ ਪੰਡਤ ਨੇ ਰੱਖਿਆ ਤੇ ਬਾਬਾ ਕਾਲੂ ਜੀ ਨੇ ਇਤਰਾਜ਼ ਕੀਤਾ। ਨਹੀਂ, ਧਿਆਨ ਦੇਵਿਓ ਸਾਧ ਸੰਗਤ, ਵੱਡੀ ਭੈਣ ਨਾਨਕੀ ਹੈ। ਜੇ ਉਸ ਦੇ ਨਾਮ ਉੱਤੇ ਇਤਰਾਜ਼ ਨਹੀਂ ਤੇ ਬਾਬਾ ਨਾਨਕ ਦੇ ਨਾਮ ਤੇ ਇਤਰਾਜ਼ ਕਿਉਂ? ਇਹ ਕਿਉਂ ਆਖਿਆ ਨਾ ਇਹ ਹਿੰਦੂਆਂ ਦਾ ਹੈ ਨਾ ਮੁਸਲਮਾਨਾਂ ਦਾ ਹੈ? ਨਹੀਂ, ਧਿਆਨ ਦੇਵਿਓ, ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ। ਉਹ ਕਹਿੰਦਾ ਬਾਬਾ ਨਾਨਕ ਦਾ ਨਾਮ ਕੋਈ ਵੀ ਹੁੰਦਾ, ਉਸ ਦੇ ਅਰਥ ਜਿਹੜੇ ਸਨ ਉਹ ਸਾਨੂੰ ਮੈਨੇ ਸਾਧ ਸੰਗਤ ਹਰ ਨਾਮ ਦੇ ਜਿਹੜੇ ਸੀ ਨਾ ਉਹ ਸੁਚੱਜੇ ਤੇ ਪਰਉਪਕਾਰੀ ਮਿਲਨੇ ਸੀ। ਹਾਂ, ਜਿਹੜੇ ਅਰਥ ਸਾਧ ਸੰਗਤ ਵਿਦਵਾਨਾਂ ਨੇ ਕੀਤੇ ਨੇ ਉਹ ਆਪਣੀ ਥਾਂ ਰੱਖਦੇ ਹਨ, ਉਹਨਾਂ ਦੀ ਮਹਾਨਤਾ ਹੈ। ਪਰ ਧਿਆਨ ਦੇਵਿਓ, ਸਾਡੇ ਸਮਾਜ ਦੇ ਅੰਦਰ ਆਮ ਤੌਰ ਤੇ ਭੈਣ ਦੇ ਨਾਲ ਰਲਦਾ ਹੀ ਨਾਮ ਜਿਹੜਾ ਹੈ ਨਾ ਉਹ ਭਰਾ ਦਾ ਰੱਖਿਆ ਜਾਂਦਾ ਸੀ, ਕਿਉਂਕਿ ਭੈਣ ਨਾਨਕਿਆਂ ਦੇ ਘਰ ਵਿੱਚ ਪੈਦਾ ਹੋਈ, ਨਾਨਕੀ ਰੱਖ ਦਿੱਤਾ ਗਿਆ ਤੇ ਬਾਬਾ ਨਾਨਕ ਜੀ ਦਾ ਨਾਮ ਭੈਣ ਨਾਨਕੀ ਦੇ ਨਾਲ ਜੁੜਦਾ ਹੀ ਨਾਮ ਜਿਹੜਾ ਹੈ ਨਾ ਉਹ ਨਾਨਕ ਰੱਖ ਦਿੱਤਾ ਗਿਆ। ਪਰ ਧਿਆਨ ਦੇਵਿਓ, ਭੈਣ ਨਾਨਕੀ ਪਹਿਲੇ ਸਿੱਖ ਨੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਹਿਚਾਨਿਆ, ਤੇ ਦੂਜੇ ਸਿੱਖ ਕੌਣ ਨੇ? ਇਸ ਤਲਵੰਡੀ ਦੇ ਮਾਲਕ। ਜਦੋਂ ਉਹਨਾਂ ਨੇ ਸਰਪ ਦੀ ਕੀਤੀ ਹੋਈ ਛਾਇਆ ਵੇਖੀ, ਕਿਉਂਕਿ ਆਮ ਤੌਰ ਤੇ ਲੋਕ ਸੱਪਾਂ ਨੂੰ ਮਾਰਦੇ ਨੇ, ਪਰ ਜੇ ਤਾਰਿਆ ਨਾ ਤੇ ਕੇਵਲ ਬਾਬਾ ਨਾਨਕ ਨੇ ਤਾਰਿਆ। ਧਿਆਨ ਦੇਵਿਓ, ਬਾਬਾ ਨਾਨਕ ਨੇ ਤਾਰਿਆ, ਕਿਉਂਕਿ ਰਾਏ ਬੁਲਾਰ ਨੇ ਜਦੋਂ ਇਹ ਦ੍ਰਿਸ਼ ਵੇਖਿਆ ਤੇ ਸਮਝ ਗਿਆ ਕਿ ਇਹ ਅੱਲਾ ਦਾ ਪਿਆਰਾ ਹੈ, ਖੁਦਾ ਦਾ ਪਿਆਰਾ ਹੈ, ਜਿਸ ਦੇ ਕੋਲ ਆ ਕੇ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਧਿਆਨ ਦੇਵਿਓ ਸਾਧ ਸੰਗਤ, ਬਾਬਾ ਨਾਨਕ ਨੇ ਕਾਰੋਬਾਰ ਕੀਤਾ ਹੈ, ਦੁਕਾਨ ਚਲਾਈ ਹੈ, ਪਰ ਇੱਕ ਦਿਨ ਦੀ ਘਟਨਾ ਸੱਚੇ ਸੌਦੇ ਵਾਲੀ ਸੰਤਰੇਨ ਸਾਧ ਜਿਹੜਾ ਹੈ ਉਸ ਦੇ ਸਾਥੀਆਂ ਨੂੰ ਭੋਜਨ ਛਕਾਣਾ। ਵੇਖੋ ਕਿੰਨਾ ਸੰਤੋਖੀ ਉਹ ਸੰਤਰੇਨ ਸਾਧ ਹੋਵੇਗਾ ਜਿਹੜਾ ਸਾਧ ਸੰਗਤ ਆਖਦਾ ਤੇਰੇ ਪਿਤਾ ਨੇ ਤੈਨੂੰ ਭੇਜਿਆ ਹੈ ਵਪਾਰ ਕਰਨ ਦੇ ਲਈ, ਸੌਦਾ ਕਰਨ ਦੇ ਲਈ, ਤੇ ਜੇ ਸਾਨੂੰ ਖਵਾ ਜਾਵੇਗਾ ਤੈਨੂੰ ਬੁਰੇ ਭਲੇ ਬਚਨ ਜਿਹੜੇ ਨੇ ਨਾ ਉਹ ਸਹਿਨ ਕਰਨੇ ਪੈਣਗੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਬਾਰ-ਬਾਰ ਇਹ ਗੱਲ ਕਹੀ ਕਿ ਮੈਂ ਆਪ ਜੀ ਦੀ ਸੇਵਾ ਕਰਨੀ ਹੈ, ਆਪ ਜੀ ਦੀ ਸੇਵਾ ਕਰਕੇ ਮੈਂ ਆਪਣੇ ਜੀਵਨ ਦੇ ਅੰਦਰ ਸੁਖ ਪ੍ਰਾਪਤ ਕਰਨਾ ਹੈ। ਧਿਆਨ ਦੇਵਿਓ, ਬਾਬਾ ਨਾਨਕ ਜੀ ਦੇ ਕੋਲੋਂ ਉਸ ਵੇਲੇ ਰਸਤ ਪ੍ਰਵਾਨ ਕੀਤੀ ਗਈ। 20 ਰੁਪਏ ਜਿਹੜੇ ਨੇ ਨਾ, ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਆ ਤੇ ਆਮ ਤੌਰ ਤੇ ਵਿਦਵਾਨ ਕਹਿੰਦੇ ਨੇ ਬਾਬੇ ਨਾਨਕ ਦੇ ਉਹ 20 ਰੁਪਏ ਅੱਜ ਤੱਕ ਵੀ ਦੇਸ਼ਾਂ ਦੇ ਅੰਦਰ ਵਿਦੇਸ਼ਾਂ ਦੇ ਅੰਦਰ ਜਿੱਥੇ ਸਿੱਖ ਵਸ ਰਹੇ ਨੇ ਨਾ ਸਾਧ ਸੰਗਤ, ਅਖੁੱਟ ਨੇ, ਨਾ ਮੁੱਕਣ ਵਾਲੇ ਨੇ। ਲੰਗਰ ਭਾਵੇਂ ਕਿਸੇ ਵੀ ਦੇਸ਼ ਦੇ ਅੰਦਰ, ਕਿਸੇ ਨਗਰ ਦੇ ਅੰਦਰ 4 ਸਿੱਖ ਫੈਮਲੀਆਂ ਵੀ ਬੈਠੀਆਂ ਹੋਣਾ, ਉਹ ਵੀ ਸਾਧ ਸੰਗਤ ਲੰਗਰ ਚਲਾਉਂਦੀਆਂ ਨੇ। ਤੇ ਵਿਦੇਸ਼ੀ ਲੋਕ ਲੰਗਰ ਛਕ ਕੇ ਜਦੋਂ ਇਹ ਸੁਣਦੇ ਨੇ ਫ੍ਰੀ ਫੂਡ ਹੈ, ਇਸ ਦੀ ਕੋਈ ਕੀਮਤ ਨਹੀਂ ਦੇਣੀ ਪੈਂਦੀ, ਉਹਨਾਂ ਦੇ ਮਨ ਉੱਤੇ ਬੜਾ ਪ੍ਰਭਾਵ ਪੈਂਦਾ ਹੈ, ਬੜਾ ਅਸਰ ਪੈਂਦਾ ਹੈ। ਸਤਿਗੁਰੂ ਮਹਾਰਾਜ ਨੇ ਭਾਵੇਂ ਇਸ ਕੰਮ ਦੇ ਬਦਲੇ ਚਪੇੜਾ ਵੀ ਖਾ ਲਿਆ। ਸਾਧ ਸੰਗਤ, ਭਾਵੇਂ ਰਾਏ ਬੁਲਾਰ ਨੇ 20 ਰੁਪਏ ਵੀ ਬਾਬਾ ਕਾਲੂ ਨੂੰ ਦੇ ਦਿੱਤੇ,
ਪਰ ਇੱਕ ਗੱਲ ਕਹੀ ਕਾਲੂ, ਅੱਜ ਤੋਂ ਬਾਅਦ ਬਾਬਾ ਨਾਨਕ ਜੀ ਜੋ ਵੀ ਤੇਰਾ ਨੁਕਸਾਨ ਕਰੇ ਇਹਨਾਂ ਨੂੰ ਕੋਈ ਮੰਦਾ ਬਚਨ ਨਹੀਂ ਕਹਿਣਾ। ਜੋ ਤੇਰਾ ਨੁਕਸਾਨ ਹੋਵੇ ਮੇਰੇ ਕੋਲੋਂ ਪੂਰਾ ਕਰ ਲਵੀਂ। ਤੇ 20 ਰੁਪਏ ਵੀ ਦੇ ਦਿੱਤੇ। ਵਿਦਵਾਨ ਉੱਥੇ ਲਿਖਦੇ ਨੇ ਬਾਬਾ ਨਾਨਕ ਜੀ ਦੇ ਉਹ ਜਿਹੜੇ ਖੁਆਏ ਹੋਏ 20 ਰੁਪਏ ਜਦੋਂ ਰਾਏ ਬੁਲਾਰ ਨੇ ਦਿੱਤੇ, ਬਾਬਾ ਕਾਲੂ ਜੀ ਲੈ ਕੇ ਤੁਰ ਪਏ। ਲੋਕ ਗੱਲਾਂ ਕਰਦੇ ਨੇ ਕਿ ਵੇਖੋ ਪਹਿਲਾਂ ਲਾਲਚ ਵਸੀ ਹੋ ਕੇ ਪੁੱਤਰ ਨੂੰ ਮਾਰਿਆ, ਹੁਣ ਰਾਏ ਜੀ ਕੋਲੋਂ 20 ਰੁਪਏ ਵੀ ਲੈ ਲੈ। ਮੁੜ ਕੇ ਆ ਗਏ ਤੇ ਆਖਣ ਲੱਗੇ ਮੈਂ ਇਹ ਨਹੀਂ ਲੈ ਕੇ ਜਾਣੇ, ਲੋਕ ਗੱਲਾਂ ਕਰਦੇ ਨੇ। ਤੇ ਉਸ ਵੇਲੇ ਰਾਏ ਬੁਲਾਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਕਾਲੂ ਜੀ ਲੈ ਜਾਓ। ਕਿਉਂ? ਇਹ ਤੁਹਾਡੇ ਨੇ, ਮੈਂ ਬਾਬਾ ਨਾਨਕ ਜੀ ਕੋਲੋਂ ਉਧਾਰੇ ਲਏ ਨੇ। ਧਿਆਨ ਦੇਵਿਓ, ਉਸ ਵੇਲੇ ਬਾਬਾ ਕਾਲੂ ਜੀ ਕਹਿਣ ਲੱਗੇ ਵੀ ਅੱਜ ਤੱਕ ਜਿਨਨੇ ਮੇਰੇ ਹੱਥ ਤੇ ਕੌਡੀ ਵੀ ਨਹੀਂ ਰੱਖੀ ਉਸ ਨੇ ਤੁਹਾਨੂੰ ਉਧਾਰ ਕਿੱਥੋਂ ਦੇ ਦਿੱਤੇ ਨੇ। ਤੇ ਉਸ ਵੇਲੇ ਰਾਏ ਬੁਲਾਰ ਨੇ ਸਾਧ ਸੰਗਤ ਗੁਰੂ ਨਾਨਕ ਦੀ ਕਿਰਪਾ ਦੇ ਪਾਤਰ ਬਣਦਿਆ ਹੋਇਆ ਇੱਕ ਗੱਲ ਕਹੀ, ਕਹਿਣ ਲੱਗੇ ਕੇਵਲ ਇਹ 20 ਰੁਪਏ ਨਹੀਂ, ਬਲਕਿ ਜੋ ਕੁਝ ਵੀ ਤੈਨੂੰ ਨਜ਼ਰ ਆ ਰਿਹਾ ਹੈ ਨਾ, ਮੇਰੇ ਕੋਲ ਜਿੰਨੀ ਵੀ ਸੰਪਤੀ ਜਾਇਦਾਦ ਹੈ ਇਹ ਬਾਬਾ ਨਾਨਕ ਦੀ ਦਿੱਤੀ ਹੋਈ ਹੈ। ਬਾਬਾ ਨਾਨਕ ਦੀ ਮੇਰੇ ਉੱਤੇ ਕਿਰਪਾ ਹੈ। ਇੱਕ ਹੋਰ ਮੈਂ ਬੇਨਤੀ ਕਰਾਂਗਾ, ਕਈ ਵਾਰੀ ਅਸੀਂ ਆਪਣੀ ਹਉਮੈ ਨੂੰ ਵਧਾਉਣ ਵਾਸਤੇ ਸਾਧ ਸੰਗਤ ਗੁਰੂ ਨੂੰ ਵੀ ਦਾਂ ਤੇ ਲਾ ਦਿੰਦੇ ਹਾਂ, ਪਰ ਆਪ ਧਿਆਨ ਕਰਿਓ ਜਦੋਂ ਬਾਬਾ ਨਾਨਕ ਜੀ ਸਾਧ ਸੰਗਤ ਤਲਵੰਡੀ ਦੀ ਧਰਤੀ ਤੋਂ ਸੁਲਤਾਨਪੁਰ ਆ ਗਏ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਦੇ ਲਿਖਣ ਮੁਤਾਬਕ ਬਾਬਾ ਨਾਨਕ ਜੀ ਦੀ ਸਗਾਈ ਹੋਣੀ ਹੈ। ਤੇ ਬਾਬਾ ਕਾਲੂ ਜੀ ਆਏ ਨੇ ਰਾਏ ਬੁਲਾਰ ਦੇ ਕੋਲ, ਆਖਣ ਲੱਗੇ ਰਾਏ ਜੀ ਤੁਹਾਡੇ ਸੇਵਕ ਦੀ ਸਗਾਈ ਹੈ ਤੇ ਮੈਂ ਉੱਥੇ ਜਾਣਾ, ਆਗਿਆ ਬਖਸ਼ੋ। ਉਸ ਵੇਲੇ ਰਾਏ ਬੁਲਾਰ ਕਹਿਣ ਲੱਗੇ ਬਾਬਾ ਕਾਲੂ ਜਿਹੜੇ ਇਹ ਬਚਨ ਤੂੰ ਕਹਿ ਰਹੇ ਨਾ ਅੱਜ ਤੋਂ ਬਾਅਦ ਨਹੀਂ ਕਹਿ ਰਹੇ। ਬਾਬਾ ਕਾਲੂ ਜੀ ਕਹਿਣ ਲੱਗੇ ਮੈਂ ਮਾੜਾ ਕੀ ਕਹਿ ਦਿੱਤਾ ਹੈ? ਕਹਿਣ ਲੱਗੇ ਨਾਨਕ ਮੇਰਾ ਸੇਵਕ ਨਹੀਂ, ਨਾਨਕ ਮੇਰਾ ਮਾਲਕ ਹੈ ਤੇ ਮੇਰੀ ਵਡਿਆਈ ਕਰਨ ਵਾਸਤੇ ਹੋਰ ਅੱਖਰ ਵਰਤ ਸਕਦਾ ਹੈ, ਪਰ ਬਾਬਾ ਨਾਨਕ ਦੀ ਵਰਤੋਂ ਨਾ ਕਰੀ। ਧਿਆਨ ਦੇਵਿਓ ਸਾਧ ਸੰਗਤ, ਬਾਬਾ ਕਾਲੂ ਜੀ ਕਹਿਣ ਲੱਗੇ ਮੈਂ ਤੁਹਾਡਾ ਕਰੰਦਾ ਤੇ ਗੁਰੂ ਨਾਨਕ ਮੇਰੇ ਪੁੱਤਰ, ਤੇ ਜੇ ਮੈਂ ਕਹਿ ਦਿੱਤਾ ਤੇ ਇਸ ਵਿੱਚ ਕਿਹੜੀ ਗੱਲ ਗਲਤ ਹੋ ਗਈ ਹੈ? ਪਰ ਉਸ ਵੇਲੇ ਇੱਕ ਉਦਾਹਰਣ ਰਾਏ ਬੁਲਾਰ ਨੇ ਦਿੱਤੀ। ਕਹਿਣ ਲੱਗੇ ਸਿਰ ਦਾ ਤਾਜ ਸਿਰ ਤੇ ਸ਼ੋਭਾ ਪਾਉਂਦਾ ਹੈ, ਪੈਰਾਂ ਦੀ ਜੁੱਤੀ ਪੈਰਾਂ ਵਿੱਚ ਸ਼ੋਭਾ ਪਾਉਂਦੀ ਹੈ, ਪਰ ਜੇ ਕੋਈ ਬੰਦਾ ਸਿਰ ਦਾ ਤਾਜ ਪੈਰਾਂ ਵਿੱਚ ਰੱਖ ਦੇਵੇ ਤੇ ਪੈਰਾਂ ਦੀ ਜੁੱਤੀ ਸਿਰ ਤੇ ਰੱਖ ਦੇਵੇ ਉਹਨੂੰ ਕੀ ਆਖਿਆ ਜਾਵੇਗਾ? ਬਾਬਾ ਕਾਲੂ ਜੀ ਕਹਿਣ ਲੱਗੇ ਉਹਨੂੰ ਚੰਗਾ ਨਹੀਂ ਕਿਹਾ ਜਾਵੇਗਾ। ਤੇ ਕਹਿਣ ਲੱਗੇ ਫਿਰ ਗੁਰੂ ਨਾਨਕ ਪਾਤਸ਼ਾਹ ਮੇਰੇ ਸਿਰ ਦੇ ਤਾਜ ਨੇ, ਇਹਨਾਂ ਨੂੰ ਮੇਰੇ ਪੈਰਾਂ ਦੇ ਵਿੱਚ ਲਿਆ ਕੇ ਮੇਰੀ ਉਸਤਤ ਕਰਨ ਵਾਸਤੇ ਵਰਤੋਂ ਨਹੀਂ ਕਰਨੀ। ਫਿਰ ਬੇਨਤੀ ਕਰਾਂਗਾ ਸਾਧ ਸੰਗਤ, ਕਈ ਵਾਰੀ ਸਾਨੂੰ ਗੁਰੂ ਦੀ ਹਜ਼ੂਰੀ ਭੁੱਲ ਜਾਂਦੀ ਏ। ਗੁਰੂ ਕੀ ਅਸੀਂ ਹਜ਼ੂਰੀ ਵਿੱਚ ਬੈਠਿਆ ਹੋਇਆ ਦੁਨਿਆਵੀ ਗਾਲਾਂ ਕੱਢਣ ਲੱਗ ਪੈਨੇ ਆ, ਪੱਗਾਂ ਲਾਉਣ ਲੱਗ ਪੈਨੇ ਆ। ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਅਸੀਂ ਬੈਠੇ ਹੋਏ ਹਾਂ। ਸਿੱਖੀਏ ਅੱਜ ਦੇ ਦਿਨ ਰਾਏ ਬੁਲਾਰ ਦੇ ਕੋਲੋਂ ਕਿਵੇਂ ਉਹਨੇ ਬਾਬਾ ਨਾਨਕ ਦਾ ਸਤਿਕਾਰ ਕੀਤਾ। ਤੇ ਜਦੋਂ ਸੁਲਤਾਨਪੁਰ ਨੂੰ ਜਾਣ ਦੀ ਤਿਆਰੀ ਹੋਈ, ਧਿਆਨ ਦੇਵਿਓ ਉਸ ਵੇਲੇ ਘਰ ਨਿਉਂਦਾ ਦਿੱਤਾ। ਕਹਿਣ ਲੱਗੇ ਪ੍ਰੀਤੀ ਭੋਜਨ ਹੋ ਜਾਵੇ। ਜਦੋਂ ਛਕਿਆ ਜਾ ਰਿਹਾ ਹੈ ਤੇ ਆਖਣ ਲੱਗੇ ਨਾਨਕ ਜੀ ਕੋਈ ਐਸਾ ਉਪਦੇਸ਼ ਕਰ ਦਿਓ ਜਿਸ ਨਾਲ ਜ਼ਿੰਦਗੀ ਦੇ ਅੰਦਰ ਸੁਖ ਬਣਿਆ ਰਵੇ। ਤਾਂ ਉਸ ਵੇਲੇ ਬਾਬਾ ਨਾਨਕ ਜੀ ਨੇ ਆਖਿਆ ਰਾਏ ਜੀ ਜਦੋਂ ਤੁਹਾਡਾ ਆਪਣਾ ਬਲ ਕੰਮ ਨਾ ਕਰੇ ਉਸ ਵੇਲੇ ਮਾਲਕ ਦੇ ਅੱਗੇ ਅਰਦਾਸ ਕਰਿਓ, ਤੁਹਾਡਾ ਰਹਿੰਦਾ ਜੀਵਨ ਵੀ ਜਿਹੜਾ ਹੈ ਨਾ ਸੁਖ ਨਾਲ ਬਤੀਤ ਹੋਵੇਗਾ। ਬਾਬਾ ਨਾਨਕ ਜੀ ਸਾਧ ਸੰਗਤ ਆਏ ਹਨ ਸੁਲਤਾਨਪੁਰ ਦੀ ਪਾਵਨ ਧਰਤੀ ਤੇ। ਇੱਥੇ ਕੇਵਲ ਕਿਰਤ ਨਹੀਂ ਕੀਤੀ ਬਲਕਿ ਕਰਤੇ ਨੂੰ ਵੀ ਯਾਦ ਕੀਤਾ ਹੈ। ਕੇਵਲ ਕਰਤੇ ਨੂੰ ਆਪ ਨਹੀਂ ਯਾਦ ਕੀਤਾ ਬਲਕਿ ਇਥੋਂ ਦੀ ਲੁਕਾਈ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਜੋੜਿਆ ਹੈ। ਜਿਵੇਂ ਭਾਈ ਭਗੀਰਥ ਵਰਗਾ ਜਿਹੜਾ ਸਾਧ ਸੰਗਤ ਦੇਵੀ ਦਾ ਪੁਜਾਰੀ ਸਤਿਗੁਰ ਦੀ ਕਿਰਪਾ ਦਾ ਪਾਤਰ ਬਣਿਆ, ਜਿਵੇਂ ਮਨ ਸੁਖ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ। ਫਿਰ ਇੱਥੇ ਹੀ ਕਾਜੀ ਤੇ ਜਿਹੜਾ ਐਨਾ ਨਵਾਬ ਉਹਨਾਂ ਨੂੰ ਸੱਚੀ ਨਮਾਜ਼ ਪੜਨ ਦੀ ਜਿਹੜੀ ਨਾ ਉਹ ਪ੍ਰੇਰਨਾ ਕੀਤੀ। ਸਾਧ ਸੰਗਤ ਭਾਵੇਂ ਮੋਦੀ ਖਾਨੇ ਦੇ ਅੰਦਰ ਸੇਵਾ ਕਰਦਿਆ
ਸਤਿਗੁਰਾਂ ਨੇ ਮੋਦੀ ਖਾਨਾ ਲੁਟਾਇਆ ਨਹੀਂ, ਬਲਕਿ ਜੋ ਕੁਝ ਉਹਨਾਂ ਨੂੰ ਮੋਦੀ ਖਾਨੇ ਦੇ ਵਿੱਚੋਂ ਆਪਣਾ ਮਿਲਦਾ ਸੀ ਨਾ, ਉਸ ਨਾਲ ਉਹ ਲੋੜਵੰਦਾਂ ਦੀ ਸੇਵਾ ਕਰਦੇ ਸੀ। ਕਈ ਵਾਰੀ ਹਿਸਾਬ ਕੀਤਾ ਗਿਆ, ਚੁਗਲਖੋਰਾਂ ਨੇ ਚੁਗਲੀਆਂ ਕੀਤੀਆਂ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਾਅਦਾ ਨਿਕਲਿਆ ਤੇ ਆਖਰਕਾਰ ਜਿਸ ਕਰਮ ਨੂੰ ਕਰਨ ਵਾਸਤੇ ਆਏ ਨੇ, ਬੇਸ਼ੱਕ ਜਨਮ ਤੋਂ ਆਰੰਭ ਕਰ ਦਿੱਤਾ, ਪਰ ਸੁਲਤਾਨਪੁਰ ਦੀ ਧਰਤੀ ਤੋਂ ਇੱਕ ਨਾਰਾ ਬੁਲੰਦ ਕਰਦੇ ਨੇ। ਕਦੋਂ? ਜਦੋਂ ਵੇਈ ਨਦੀ ਦੇ ਅੰਦਰ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ। 3 ਦਿਨ ਬਾਅਦ ਜਦੋਂ ਬਾਹਰ ਨਿਕਲਦੇ ਨੇ, ਜਿੱਥੇ ਸੰਤ ਘਾਟ ਗੁਰਦੁਆਰਾ ਬਣਿਆ ਹੋਇਆ ਹੈ, ਇੱਥੇ ਆ ਕੇ ਆਵਾਜ਼ ਦਿੱਤੀ, ਨਾ ਕੋਈ ਹਿੰਦੂ ਨਾ ਮੁਸਲਮਾਨ। ਤੇ ਧਿਆਨ ਦੇਵਿਓ ਸਾਧ ਸੰਗਤ, ਮਹਾਰਾਜ ਨੂੰ ਪਤਾ ਸੀ ਜਿਹੜੇ ਬਚਨ ਕਹੇ ਨੇ ਨਾ, ਜਾਓ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਪਤਾ ਸੀ ਜਦੋਂ ਇਹ ਬਚਨ ਕਹੇ, ਲੋਕਾਂ ਨੇ ਮੈਨੂੰ ਜਿੰਦਾ ਨਹੀਂ ਛੱਡਣਾ, ਜਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਬਹਿ ਗਏ ਤੇ ਖਫਨੀ ਗਲ ਵਿੱਚ ਪਾ ਲਈ। ਸਾਧ ਸੰਗਤ, ਉੱਥੋਂ ਹੀ ਨਮਾਜ਼ ਪੜ੍ਹਨ ਵਾਸਤੇ ਜਿਵੇਂ ਗਏ ਨੇ, ਪ੍ਰੇਰਨਾ ਕੀਤੀ ਦੌਲਤ ਖਾਨ ਨੇ ਜਾਂ ਸਾਧ ਸੰਗਤ ਉੱਥੋਂ ਦਾ ਨਵਾਬ ਜਿਹੜਾ ਕਾਜੀ ਹੈ, ਉਸ ਨੇ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਸੱਚੀ ਨਮਾਜ਼ ਪੜ੍ਹਨ ਦੀ ਪ੍ਰੇਰਨਾ ਕੀਤੀ, ਮਨ ਕਰਕੇ ਨਮਾਜ਼ ਪੜ੍ਹਨ ਦੀ ਪ੍ਰੇਰਨਾ ਕੀਤੀ। ਕਿਉਂਕਿ ਅੱਜ ਆਪਾਂ ਵੀ ਪਾਠ ਕਰਦੇ ਹਾਂ, ਮਨ ਕਰਕੇ ਨਹੀਂ। ਕੇਵਲ ਇਹ ਕਾਜੀ ਦੀ ਗੱਲ ਨਹੀਂ, ਕੇਵਲ ਇਹ ਨਵਾਬ ਦੀ ਗੱਲ ਨਹੀਂ ਕਿ ਤੂੰ ਗਿਆ ਹੋਇਆ ਸੀ ਕਾਬਲ ਦੇ ਅੰਦਰ ਘੋੜੇ ਖਰੀਦਣ ਵਾਸਤੇ, ਜਾਂ ਤੂੰ ਘਰ ਵਿੱਚ ਆਪਣੀ ਵਸ਼ੇਰੀ ਦਾ ਧਿਆਨ ਰੱਖ ਰਿਹਾ ਸੀ। ਨਹੀਂ, ਸਾਧ ਸੰਗਤ, ਭਾਈ ਮਰਦਾਨਾ ਜੀ ਨੂੰ ਬੁਲਾਇਆ ਗਿਆ। ਸਤਿਗੁਰੂ ਮਹਾਰਾਜ ਨੇ ਇੱਥੇ ਇਹ ਜਿਹੜੀ ਨਾ ਗੱਲ ਆਪਣੇ ਜੀਵਨ ਦੇ ਸਾਹਮਣੇ ਰੱਖੀ। ਕਿਹੜੀ? ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਕਿਉਂਕਿ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਆਪਣਾ ਘਰ ਛੱਡਣ ਦੀ ਗੱਲ ਉਹਨਾਂ ਨੇ ਸਿੱਧਾਂ ਨਾਲ ਵੀ ਕੀਤੀ ਹੈ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਤੇ ਮਹਾਰਾਜ ਨੇ ਆਖਿਆ ਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ ਜਿਹੜਾ ਹੈ ਨਾ, ਤੇ ਨਾਲ ਹੀ ਇਹ ਗੱਲ ਕਹੀ, ਆਖਿਆ ਮੈਂ ਤੇ ਕੇਵਲ ਗੁਰਮੁਖ ਖੋਜਤ ਭਇਓ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਅੰਬਨ ਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਘਾੜਤ ਘੜਨੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ, ਦੁਨੀ ਚੰਦ ਨੂੰ ਪ੍ਰੇਰਨਾ ਕੀਤੀ, ਉਸ ਨੂੰ ਮਾਇਆ ਵਿੱਚ ਫਸੇ ਹੋਏ ਨੂੰ ਮਾਇਆ ਤੋਂ ਬਾਹਰ ਕੱਢਿਆ। ਫਿਰ ਮਲਕ ਭਾਗੋ ਦੇ ਸਾਧ ਸੰਗਤ ਭਾਗ ਜਗਾਏ। ਬਿਲਸ਼ੱਕ ਮਲਕ ਭਾਗੋ ਸੀ, ਪਰ ਭਾਗ ਸੁੱਤੇ ਹੋਏ ਸਨ। ਕੇਵਲ ਇੱਕ ਸੂਈ ਦੇ ਦਿੱਤੀ ਆਪਣੇ ਕੋਲੋਂ ਦੁਨੀ ਚੰਦ ਨੂੰ, ਉਸ ਦੇ ਭਾਗ ਜਗਾ ਦਿੱਤੇ। ਤੇ ਨਾਲ ਹੀ ਇਹ ਗੱਲ ਕਹਿ ਦਿੱਤੀ, ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ। ਪਿਤਰ ਵੀ ਬੱਪਰੇ। ਮਹਾਰਾਜ ਨੇ ਆਖਿਆ ਕਿਉਂ ਪਾਣਗੇ, ਕਿਵੇਂ ਉਹਨਾਂ ਨੂੰ ਪ੍ਰਾਪਤ ਹੋਵੇਗਾ? ਇਹ ਤਾਂ ਕੇਵਲ ਕਾਵਾਂ ਕੁੱਤਿਆਂ ਦੇ ਕੰਮ ਹੀ ਆਂਦਾ ਹੈ। ਮਲਕ ਭਾਗੋ ਦਾ ਉਧਾਰ ਕੀਤਾ, ਹਰਦੁਆਰ ਚਲੇ ਗਏ। ਸਾਧ ਸੰਗਤ, ਜਿਹੜੇ ਲੋਕ ਕੇਵਲ ਪਿਤਰ ਲੋਕ ਦੇ ਵਿੱਚ ਬੈਠੇ ਹੋਏ ਪਿਤਰਾਂ ਦੇ ਉਧਾਰ ਵਾਸਤੇ ਸੂਰਜ ਨੂੰ ਪਾਣੀ ਦੇ ਰਹੇ ਸੀ, ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਬੜਾ ਵੱਡਾ ਅਲੰਕਾਰ ਬਣ ਕੇ ਪਾਣੀ ਜਿਹੜਾ ਸੀ ਨਾ, ਸੂਰਜ ਦੀ ਬਜਾਏ ਆਪਣੇ ਖੇਤਾਂ ਵੱਲ ਜਿਹੜਾ ਪੱਛਮ ਵੱਲ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਨੇ ਸਵਾਲ ਕੀਤਾ, ਸਮਝਾਇਆ, ਜੇ ਤੁਹਾਡਾ ਪਾਣੀ ਉੱਥੇ ਪਹੁੰਚ ਸਕਦਾ ਹੈ ਤੇ ਕੀ ਮੇਰਾ ਪਾਣੀ ਇੰਨੀ ਨੇੜੇ ਨਹੀਂ ਪਹੁੰਚ ਸਕਦਾ? ਕਿਉਂਕਿ ਉਹ ਤਾਂ ਬਹੁਤ ਦੂਰ ਹੈ ਪਿਤਰ ਲੋਕ ਦਾ ਜਿੱਥੇ ਵਾਸ ਹੈ। ਸਤਿਗੁਰੂ ਮਹਾਰਾਜ, ਸਾਧ ਸੰਗਤ, ਇੱਥੋਂ ਚੱਲ ਕੇ ਜਿਵੇਂ ਜਾਂਦੇ ਹਨ, ਆਪਾਂ ਬਹੁਤ ਸਾਰੇ ਇਤਿਹਾਸ ਦੇ ਵਿੱਚੋਂ ਪੱਖ ਪੜ੍ਹਦੇ ਹਾਂ। ਜਗਨਨਾਥਪੁਰੀ ਦੇ ਅੰਦਰ ਗਏ, ਸੱਚੀ ਆਰਤੀ ਦੀ ਗੱਲ ਕੀਤੀ। ਅੱਜ ਵੀ ਤੁਸੀਂ ਵੇਖੋਗੇ ਜਿਹੜੀ ਆਰਤੀ ਦਾ ਖੰਡਨ ਬਾਬਾ ਨਾਨਕ ਜੀ ਨੇ ਕੀਤਾ, ਕਈ ਮਨਮਤ ਨੂੰ ਧਾਰਨ ਕਰਕੇ ਅੱਜ ਵੀ ਥਾਲ ਵਿੱਚ ਦੀਵੇ ਬਾਲ ਕੇ ਆਰਤੀ ਜਿਹੜੀ ਹੈ ਆਪਣੇ ਵੱਲੋਂ ਕੀਤੀ ਜਾ ਰਹੇ ਨੇ। ਪਰ ਬਾਬਾ ਨੇ ਆਖਿਆ, ਜਗਨਨਾਥ ਦੀ ਆਰਤੀ ਇਹ ਨਹੀਂ। ਗगन में थाल रवचंद दीपक बने तारका मंडल जनक मोती वाली गल जे मक्के दे अंदर गए ते उन्हां लोकां नूं समझाया, प्यारिओ रब केवल मक्के दे अंदर नहीं, केवल ते केवल रब जिहड़ा है ना एक मक्के दे अंदर बंद नहीं, वो तो वाहिगुरू परमात्मा जिहड़ा ना जरे जरे कन कन दे अंदर है।
ਤੂੰ ਸਭਨੀ ਥਾਈ, ਜਿੱਥੇ ਆਉ ਜਾਈ ਸਾਚਾ ਸਿਰਜਨ ਹਾਰ ਜਿਉ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਈ ਦਾ ਭਲਾ ਕੀਤਾ, ਕੇਵਲ ਤੇ ਕੇਵਲ ਕਿਵੇਂ, ਸੁਣੀ ਪੁਕਾਰ ਦਤਾਰ ਪ੍ਰਭ। ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ। ਚਰਨਾਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ। ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਪੈਰੀ ਪਵਨਾ ਜਗ ਵਰਤਾਇਆ। ਫਿਰ ਅਖੀਰ ਵਿੱਚ ਜਾ ਕੇ ਭਾਈ ਸਾਹਿਬ ਆਖਦੇ ਨੇ, ਰਾਣਾ ਰੰਕ ਬਰਾਬਰੀ, ਪੈਰੀ ਪਵਨਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਵਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਨਾਇਆ। ਤੇ ਸਿੱਧਾਂ ਦੇ ਨਾਲ ਗੋਸ਼ਟ ਵੀ ਕੀਤੀ, ਜਿੱਤੀ ਸਿੱਧ ਗੋਸ਼ਟੀ ਕਰਕੇ ਉਹਨਾਂ ਨਾਲ ਸ਼ਬਦਾਂ ਦੇ ਨਾਲ। ਤੇ ਸਾਧ ਸੰਗਤ ਆਪਣਾ ਜਿਹੜਾ ਸੀ ਨਾ ਪੰਥ ਨਿਰਾਲਾ ਕਰ ਦਿੱਤਾ, ਕਿਉਂਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੋਗੀਆਂ ਨੂੰ ਵੀ ਆਖਿਆ, ਗੁਫਾਵਾਂ ਵਿੱਚ ਬਹਿ ਕੇ ਨਹੀਂ, ਕੇਵਲ ਚਿੰਨ ਧਾਰਨ ਨਾਲ ਜੋਗ ਮਤ ਪ੍ਰਾਪਤ ਨਹੀਂ ਹੋਵੇਗਾ, ਬਲਕਿ ਸਤਿਗੁਰੂ ਮਹਾਰਾਜ ਆਖਦੇ ਨੇ, ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜੋ, ਜਗਤ ਦੇ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਓ, ਵਾਹਿਗੁਰੂ ਦੀ ਤੁਹਾਡੇ ਉੱਤੇ ਕਿਰਪਾ ਹੋਵੇਗੀ। ਫਿਰ ਮੈਂ ਬੇਨਤੀ ਕਰ ਦੇਵਾਂ ਸਾਧ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਸੰਗਤਾਂ ਕਾਇਮ ਕੀਤੀਆਂ, ਪ੍ਰਚਾਰ ਦੌਰਿਆਂ ਦੇ ਅੰਦਰ, ਕਿਉਂਕਿ ਕਿਸੇ ਧਰਮ ਨੂੰ ਨਰੋਵਾ ਰੱਖਣ ਵਾਸਤੇ, ਮਜ਼ਬੂਤ ਕਰਨ ਵਾਸਤੇ ਪ੍ਰਚਾਰਕਾਂ ਦੀ ਬਹੁਤ ਵੱਡੀ ਡਿਊਟੀ ਹੈ। ਸਤਿਗੁਰਾਂ ਨੇ ਪ੍ਰਚਾਰਕ ਕਾਇਮ ਕੀਤੇ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਲੰਗਰ ਦੀ ਪ੍ਰਥਾ ਨੂੰ ਚਲਾਇਆ, ਗੁਰਮੁਖੀ ਦਾ ਪ੍ਰਚਾਰ ਲੋਕਾਂ ਦੇ ਅੰਦਰ ਕੀਤਾ। ਆ ਜਿਹੜੇ ਨਾ ਸਾਧ ਸੰਗਤ ਗੁਰਮੁਖੀ ਪੜ੍ਹਨ ਵਾਸਤੇ ਕਾਇਦੇ ਜਿਹੜੇ ਹਨ, ਇਹ ਸਤਿਗੁਰੂ ਮਹਾਰਾਜ ਨੇ ਬਣਾਏ। ਗੁਰੂ ਅਮਰਦਾਸ ਪਾਤਸ਼ਾਹ ਨੇ ਜਿੱਥੇ ਸਾਧ ਸੰਗਤ 22 ਮੰਜੀਆਂ 52 ਪੀੜੇ ਕਾਇਮ ਕੀਤੇ, ਉਸ ਦੇ ਨਾਲ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਤ ਪਾਤ ਦਾ ਭਿੱਟ ਮਿਟਾਉਣ ਵਾਸਤੇ ਸਾਧ ਸੰਗਤ ਬੌਲੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਦੇ ਅੰਦਰ ਤਿਆਰ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਜਿਹੜੀ ਮਸੰਦ ਪ੍ਰਥਾ ਹੈ ਇਹ ਆਰੰਭ ਕੀਤੀ। ਮਸੰਦ ਗੁਰਮਤਿ ਦਾ ਪ੍ਰਚਾਰ ਕਰਦੇ ਤੇ ਕਾਰ ਭੇਟਾ ਗੁਰੂ ਘਰ ਵਾਸਤੇ ਲੈ ਕੇ ਆਂਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ। ਉਸ ਤੋਂ ਬਾਅਦ ਸਾਧ ਸੰਗਤ ਜੇ ਲੋੜ ਪਈ ਸਿੱਖ ਤੇ ਸਿੱਖੀ ਨੂੰ ਕਾਇਮ ਕਰਨ ਵਾਸਤੇ ਆਪਣੀ ਸ਼ਹਾਦਤ ਵੀ ਦੇ ਦਿੱਤੀ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਤੇ ਪੀਰੀ ਦੋਵੇਂ ਜੋੜ ਦਿੱਤੇ, ਭਗਤੀ ਤੇ ਸ਼ਕਤੀ ਨੂੰ ਜੋੜਿਆ। ਉਸ ਤੋਂ ਬਾਅਦ ਗੁਰੂ ਹਰਿ ਜੀ, ਗੁਰੂ ਹਰਕ੍ਰਿਸ਼ਨ ਜੀ, ਇਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ। ਗੁਰੂ ਤੇਗ ਬਹਾਦਰ ਦਾ ਸਮਾਂ ਆਇਆ, ਉਹਨਾਂ ਨੇ ਅਣਖ ਨਾਲ ਮਰਨਾ ਤੇ ਅਣਖ ਨਾਲ ਜਿਉਣਾ ਜਿਹੜਾ ਹੈ ਨਾ ਇਹ ਸਾਨੂੰ ਸਿਖਾ ਦਿੱਤਾ। ਤੇ ਸਾਰੀ ਗੁਰੂ ਨਾਨਕ ਨਾਮ ਲੇਵਾ ਫਲਵਾੜੀ ਜਿੱਥੇ ਵੀ ਸੀ ਉਸ ਦੀ ਸਾਰ ਲਈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਨਿਰਮਲ ਪੰਥ ਨੂੰ ਖਾਲਸਾ ਪੰਥ ਦੇ ਅੰਦਰ ਬਦਲ ਦਿੱਤਾ। ਇਉਂ ਸਮਝ ਲਓ ਜਿਸ ਮਕਾਨ ਦੀ ਨੀਂਹ ਬਾਬਾ ਨਾਨਕ ਨੇ ਰੱਖੀ, ਬਾਕੀ ਗੁਰੂ ਸਾਹਿਬਾਨ ਉਸ ਵਿੱਚ ਸੰਜੋਗੀ ਬਣੇ। ਤੇ ਜਿਹੜਾ ਖਾਲਸਾ ਹੈ ਨਾ ਇਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਿਰਮਲ ਪੰਥ ਤੋਂ ਹੀ ਖਾਲਸਾ ਪੰਥ ਜਿਹੜਾ ਹੈ ਇਹ ਬਣਾਇਆ ਹੈ। ਸਤਿਗੁਰੂ ਕਿਰਪਾ ਕਰੇ ਆਪਾਂ ਆਪਣੇ ਜੀਵਨ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਮਨਾਉਂਦਿਆਂ ਹੋਇਆ ਇਹ ਗੱਲ ਜ਼ਰੂਰ ਧਾਰਨ ਕਰ ਲਈਏ। ਜੇ ਬਾਬਾ ਨਾਨਕ ਦੀ ਸ਼ਰਨ ਵਿੱਚ ਕਰਤਾਰਪੁਰ ਭਾਈ ਲਹਿਣਾ ਜੀ ਆਏ, ਗੁਰੂ ਅੰਗਦ ਦੇਵ ਜੀ ਬਣ ਗਏ, ਬਾਬਾ ਬੁੱਢਾ ਜੀ ਆਏ, ਗੁਰੂ ਘਰ ਦੇ ਸੇਵਕ ਬਣ ਕੇ ਬ੍ਰਹਮ ਗਿਆਨੀ ਬਣ ਗਏ, ਕਦੀ ਮੌਤ ਤੋਂ ਡਰਦੇ ਨੇ। ਉਹਨਾਂ ਨੇ ਕੀ ਕੀਤਾ? ਜੋ ਗੁਰ ਆਖਦਾ ਹੈ ਨਾ ਉਹਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਕੀਤਾ ਹੈ। ਅਖੀਰ ਵਿੱਚ ਮੈਂ ਬੇਨਤੀ ਕਰਾਂਗਾ, ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ ਕਿਆ ਗੁਰ ਕਹੈ ਕਰੇ ਹਮ ਕਹਾ। ਗੁਰੂ ਕੀ ਆਖਦਾ ਹੈ, ਅਸੀਂ ਕੀ ਕਰ ਰਹੇ ਹਾਂ? ਜਦੋਂ ਇਹ ਸਾਨੂੰ ਸਮਝ ਆ ਗਈ, ਇਹ ਅਮੋੜ ਮਨ ਨੂੰ ਜਦੋਂ ਗੁਰੂ ਸ਼ਬਦ ਦੇ ਨਾਲ ਮੋੜਨ ਦਾ ਯਤਨ ਕਰਾਂਗੇ, ਸਾਡੇ ਮਨਾਏ ਹੋਏ ਜਿਹੜੇ ਗੁਰਪੁਰਬ ਨੇ ਨਾ ਇਹ ਸਕਾਰਥੇ ਹੋ ਜਾਣਗੇ। ਆਓ ਸਾਧ ਸੰਗਤ ਅੱਜ ਦਾ ਜਿਹੜਾ ਸ਼ਬਦ ਸਾਨੂੰ ਪ੍ਰਾਪਤ ਹੋਇਆ ਤਿਸ ਦੀ ਵਿਚਾਰ ਆਪਾਂ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ। ਠਾੜ ਪਾਈ ਕਰਤਾਰੇ, ਜਿਨ੍ਹਾਂ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ। ਤਾਪ ਛੋੜ ਗਿਆ ਪਰਵਾਰੇ, ਤਾਪ ਜਿਹੜਾ ਹੈ ਪਰਿਵਾਰ ਨੂੰ ਛੱਡ ਗਿਆ। ਇੱਥੇ ਪਰਿਵਾਰ ਦੇ ਅਰਥ ਕੁਝ ਵਿਦਵਾਨਾਂ ਨੇ ਆ ਜਿਹੜੇ ਗਿਆਨ ਇੰਦਰੇ ਨੇ ਇਹਨਾਂ ਦਾ ਵੀ ਜ਼ਿਕਰ ਕੀਤਾ ਹੈ। ਪਰ ਸਾਧ ਸੰਗਤ ਜਿਹੜੇ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਜਾਣਗੇ ਉਹ ਆਪ ਵੀ ਤਰਨਗੇ। ਜਿਨ੍ਹਾਂ ਦੇ ਅੰਦਰ ਠੰਡ ਵਰਤੇਗੀ ਕੁਦਰਤੀ ਤੌਰ ਤੇ ਪਰਿਵਾਰ ਦੇ ਵੀ ਤਾਪ ਦੂਰ ਹੋ ਜਾਣਗੇ। ਸਤਿਗੁਰੂ ਮਹਾਰਾਜ ਕਿਰਪਾ ਕਰ ਦੇਣ। ਕਲ ਤਾਤੀ ਠੰਡਾ ਹਰ ਡਾਓ, ਸਤਿਗੁਰੂ ਮਹਾਰਾਜ ਦੇ ਬਚਨ ਨੇ। ਜਦੋਂ ਕਰਤਾਰ ਨੇ ਠੰਡ ਵਰਤਾਈ ਤੇ ਉਸ ਵੇਲੇ ਤਾਪ ਪਰਿਵਾਰ ਨੂੰ ਛੱਡ ਗਿਆ, ਕਿਉਂਕਿ ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨ ਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਗੁਰ ਪੂਰਾ ਹੈ ਰਾਖੀ, ਗੁਰੂ ਪੂਰੇ ਨੇ ਜਿਨ੍ਹਾਂ ਦੀ ਰੱਖਿਆ ਕੀਤੀ। ਸਰਨ ਸੱਚੇ ਕੀ ਤਾਕੀ, ਉਹਨਾਂ ਨੇ ਸੱਚੇ ਦੀ ਸ਼ਰਨ ਤੱਕ ਲਈ ਓਟ ਆਸਰਾ ਲੈ ਲਿਆ। ਪਰਮੇਸ਼ਰ ਆਪ ਹੋਆ ਰਖਵਾਲਾ, ਜਿਨ੍ਹਾਂ ਦਾ ਰਖਵਾਲਾ ਵਾਹਿਗੁਰੂ ਪਰਮਾਤਮਾ ਆਪ ਬੰਦਾ ਹੈ। ਸਾਤ ਸਹਜ ਸੁਖ ਖਿਨ ਮਹਿ ਉਪਜੇ, ਉਹਨਾਂ ਦੇ ਅੰਦਰ ਇੱਕ ਖਿਨ ਦੇ ਵਿੱਚ ਸ਼ਾਂਤੀ ਆਤਮਿਕ ਆਨੰਦ ਜਿਹੜਾ ਨਾ ਉਹ ਪੈਦਾ ਹੋ ਜਾਂਦਾ ਹੈ। ਮਨ ਹੋਆ ਸਦਾ ਸੁਖਾਲਾ, ਤੇ ਮਨ ਉਹਨਾਂ ਦਾ ਹਮੇਸ਼ਾ ਜਿਹੜਾ ਹੈ ਉਹ ਸੁਖੀ ਰਹਿੰਦਾ ਹੈ। ਮਨ ਵਿੱਚ ਕੋਈ ਦੁੱਖ ਨਹੀਂ ਹੁੰਦਾ। ਰਹਾਉ ਹਰ ਹਰ ਨਾਮ ਦਿਓ ਦਾਰੂ, ਜਿਨ੍ਹਾਂ ਨੂੰ ਹਰੀ ਨੇ ਕਿਰਪਾ ਕਰਕੇ ਆਪਣੇ ਨਾਮ ਦੀ ਦਵਾਈ ਦੇ ਦਿੱਤੀ, ਤਿਨ ਸਗਲਾ ਰੋਗ ਬਿਦਾਰੂ, ਉਹਨਾਂ ਦਾ ਸਗਲਾ ਰੋਗ, ਸਾਰੇ ਰੋਗ, ਤ੍ਰਿਸ਼ਨਾ ਦੇ, ਵਿਕਾਰਾਂ ਦੇ, ਸਰੀਰਕ ਰੋਗ, ਸਭ ਰੋਗ ਜਿਹੜੇ ਨੇ ਮਿਟ ਗਏ। ਕਿਉਂਕਿ ਸਰਬ ਰੋਗ ਕਾ ਔਖਦ ਨਾਮ ਆਪਾਂ ਪੜ੍ਹਦੇ ਹਾਂ। ਜਿਨ੍ਹਾਂ ਨੂੰ ਵਾਹਿਗੁਰੂ ਨੇ ਨਾਮ ਦਾਰੂ ਦੇ ਦਿੱਤਾ ਉਹਨਾਂ ਦੇ ਸਾਰੇ ਰੋਗ ਜਿਹੜੇ ਹਨ ਉਹ ਦੂਰ ਹੋ ਗਏ। ਆਪਣੀ ਕਿਰਪਾ ਧਾਰੀ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, ਤਿਨ ਸਗਲੀ ਬਾਤ ਸਵਾਰੀ, ਉਹਨਾਂ ਦੀ ਸਾਰੀ ਗੱਲ ਬਣ ਗਈ। ਭਾਵ ਉਹਨਾਂ ਦਾ ਜੀਵਨ ਸੌਰ ਗਿਆ। ਆਪਾਂ ਕਈ ਵਾਰੀ ਕਹਿੰਦੇ ਆ ਨਾ ਵੀ ਗੱਲ ਬਣ ਗਈ। ਧਿਆਨ ਦੇਵਿਓ, ਤਿੰਨ ਕੀ ਬਾਤ ਸਵਾਰੀ ਤੋਂ ਭਾਵ ਉਹਨਾਂ ਦਾ ਜੀਵਨ ਸਵਰ ਗਿਆ, ਉਹਨਾਂ ਦੀ ਬਾਤ ਬਣ ਗਈ। ਉਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਗਏ। ਪ੍ਰਭ ਆਪਣਾ ਬਿਰਦ ਸੰਭਾਰਿਆ, ਵਾਹਿਗੁਰੂ ਆਪਣਾ ਬਿਰਦ ਜਿਹੜਾ ਹੈ ਨਾ ਉਹਨੂੰ ਚੇਤੇ ਰੱਖਦਾ ਹੈ। ਉਹਨੂੰ ਕਦੀ ਵੀ ਚੇਤਾ ਨਹੀਂ ਭੁੱਲਦਾ ਕਿ ਮੇਰਾ ਬਿਰਦ ਕੀ ਹੈ। ਉਹ ਆਪਣਾ ਬਿਰਦ ਚੇਤੇ ਰੱਖਦਾ ਹੈ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਕਿਉਂਕਿ ਜਿਉ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਜਿਹੜਾ ਸ਼ਰਨ ਵਿੱਚ ਆ ਗਿਆ ਵਾਹਿਗੁਰੂ ਪਰਮਾਤਮਾ ਨੇ ਬਿਰਦ ਬਾਣੇ ਦੀ ਲਾਗ ਰੱਖੀ ਤੇ ਮਹਾਰਾਜ ਆਖਦੇ ਨੇ ਫਿਰ ਉਹਨਾਂ ਨੂੰ ਜਿਹੜਾ ਨਾ ਆਪਣੇ ਜੀਵਨ ਦੇ ਅੰਦਰ ਗੁਣਾਂ ਦਾ ਤੇ ਔਗੁਣਾਂ ਦੀ ਵਿਚਾਰ ਵਾਹਿਗੁਰੂ ਪਰਮਾਤਮਾ ਨਹੀਂ ਕਰਦਾ ਕਿ ਇਸ ਦੇ ਗੁਣ ਕੀ ਨੇ ਔਗੁਣ ਕੀ ਨੇ, ਬਲਕਿ ਉਹ ਆਪਣੇ ਬਿਰਦ ਬਾਣੇ ਦੀ ਲਾਜ ਰੱਖਦਾ ਹੈ। ਗੁਰ ਕਾ ਸ਼ਬਦ ਭਇਓ ਸਾਖੀ, ਜਿਨ੍ਹਾਂ ਦੇ ਅੰਦਰ ਸਾਖਸਾਤ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਪ੍ਰਗਟ ਹੋ ਗਿਆ। ਤਿਨ ਸਗਲੀ ਲਾਜ ਰਾਖੀ, ਉਸ ਸ਼ਬਦ ਨੇ ਉਹਨਾਂ ਦੀ ਸਾਰੀ ਇੱਜ਼ਤ ਪੱਤ ਰੱਖ ਲਈ। ਬੁਲਾਇਆ ਬੋਲੀ ਤੇਰਾ, ਵਾਹਿਗੁਰੂ ਪਰਮਾਤਮਾ ਜੀ ਮੈਂ ਤਾਂ ਤੇਰਾ ਹੀ ਬੁਲਾਇਆ ਬੋਲਦਾ ਹਾਂ, ਕਿਉਂਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਤੂੰ ਸਾਹਿਬ ਗੁਣੀ ਗਹਿਰਾ, ਵਾਹਿਗੁਰੂ ਜੀ ਤੂੰ ਮਾਲਕ ਹੈ ਤੇ ਡੂੰਘੇ ਗੁਨਾਹ ਵਾਲਾ ਹੈ। ਜਪ ਨਾਨਕ ਨਾਮ ਸੱਚ ਸਾਖੀ, ਮਹਾਰਾਜ ਆਖਦੇ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਆਖਦੇ ਨੇ ਭਾਈ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਜਿਹੜਾ ਸਾਖੀ, ਇੱਥੇ ਸਾਖੀ ਤੋਂ ਭਾਵ ਹੈ ਗਵਾਹੀ ਦੇਣ ਵਾਲਾ। ਸਾਡੀ ਸਾਧ ਸੰਗਤ ਹਾਮੀ ਭਰੇਗਾ। ਜਪ ਨਾਨਕ ਨਾਮ ਸਾਖੀ, ਸਾਖੀ ਤੋਂ ਭਾਵ ਇੱਥੇ ਗਵਾਹੀ। ਤੇ ਪਹਿਲਾ ਜਿਹੜਾ ਸਾਖੀ ਆਇਆ ਉਸ ਦਾ ਭਾਵ ਹੈ ਸਾਖਸ਼ਾਤ ਪ੍ਰਗਟ ਹੋਣਾ। ਇੱਥੇ ਸਾਖੀ ਤੋਂ ਭਾਵ ਗਵਾਹੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਵਾਹਿਗੁਰੂ ਦਾ ਨਾਮ ਜਪੀਏ। ਵਾਹਿਗੁਰੂ ਪਰਮਾਤਮਾ
ਸਾਡੀ ਗਵਾਹੀ ਦੇਵੇਗਾ, ਸਾਡੀ ਇਮਦਾਦ ਕਰੇਗਾ, ਸਾਡਾ ਮਦਦਗਾਰ ਬਣੇਗਾ। ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਪਰਮਾਤਮਾ ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ। ਲੋੜ ਹੈ ਉਸ ਦੇ ਸੇਵਕ ਬਣਨ ਦੀ। ਤੇ ਜਦੋਂ ਸਾਧ ਸੰਗਤ ਗੁਰੂ ਦੇ ਸ਼ਬਦ ਨਾਲ ਜੁੜ ਕੇ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਵਾਲੀ ਗੱਲ ਸਾਨੂੰ ਸਮਝਾਈ ਗਈ ਹੈ, ਅਸੀਂ ਜੀਵਨ ਦੇ ਅੰਦਰ ਗੁਰੂ ਦੇ ਸ਼ਬਦ ਨਾਲ ਜੁੜਨਾ ਹੈ, ਵਾਹਿਗੁਰੂ ਦਾ ਨਾਮ ਜਪਣਾ ਹੈ, ਤੇ ਆਹ ਦੁਨਿਆਵੀ ਰੋਗ ਵੀ, ਵਿਕਾਰਾਂ ਦੇ ਰੋਗ ਵੀ, ਇਹ ਸਾਨੂੰ ਛੱਡ ਜਾਣਗੇ ਤੇ ਇਸ ਲੋਕ ਵਿੱਚ ਵੀ ਸਾਡੀ ਇੱਜ਼ਤ ਰਹੇਗੀ, ਪਰ ਲੋਕ ਵਿੱਚ ਵੀ ਸਾਡੀ ਇੱਜ਼ਤ ਲਵੇਗੀ। ਕਿਉਂਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜੀਏ, ਗੁਰੂ ਦੇ ਸ਼ਬਦ ਨਾਲ ਜੁੜੀਏ, ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਸਾਡਾ ਲੋਕ ਨਾਲ ਪਰਲੋਕ ਸੌਰੇਗਾ। ਸਾਧ ਸੰਗਤ, ਜਿੱਥੇ ਮੈਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ, ਬਾਕੀ ਸਿੰਘ ਸਾਹਿਬਾਨ ਜਿੰਨੇ ਵੀ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਭਨਾਂ ਵੱਲੋਂ ਆਪ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ। ਨਾਲ ਹੀ ਬੇਨਤੀ ਹੈ ਭਾਈ, ਪੁੱਤਰਾਂ ਤੋਂ ਸੁਪੁੱਤਰ ਬਣਨ ਦਾ ਆਪਾਂ ਯਤਨ ਕਰੀਏ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਜਿਹੜੇ ਬਚਨ ਰੋਜ਼ ਦੁਹਰਾਉਂਦੇ ਆ ਨਾ ਸਾਧ ਸੰਗਤ, ਮਹਾਰਾਜ ਦੇ ਇਹ ਆਪਾਂ ਦੁਹਰਾਉਂਦੇ ਹਾਂ। ਭਾਵੇਂ ਐਨ ਗਿਆਨੀ ਗਿਆਨ ਸਿੰਘ ਜੀ ਦੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਕੇਵਲ ਤੇ ਕੇਵਲ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਇਸ ਦੀ ਸਿੱਖਿਆ ਨਾਲ ਜੁੜ ਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰਨਾ ਹੈ। ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਭੁੱਲਾਂ ਚੁੱਕਾਂ ਦੀ ਖਿਮਾ, ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।